सतनाम वाहिगुरु साहिब जीओ। तेरा कीता जातो नाही, मैनो जोग कीतोई। मैं निर्गुण यारे को गुण नाही, आपे तरस पयोई। तरस पया मेरा मत होई। सतगुर सज्जन मिलया, नानक नाम मिलै तां जीवा। तन मन थीवै हरया। परम सन्मानयोग जोगो जोगटल चावर छतर तखत दे मालक, बाणी गुरु शबद गुरु सचे पिता वाहिगुरु, श्री गुरु ग्रंथ साहिब जी महाराज सचे सतगुरु जी दे महान पवित्र सोहने दरबार विच अपने दुनिया भी कम्मां काड़जां तो समां कढ के सतगुरां दी असीस लैण वास्ते जुड़े बैठे गुरमुखो वडभागे हो। गुरु महाराज बख्शिशां करन आप जियां दी हाजरी परवान होवे। गुरमुखो आओ इलाही बाणी दे कीर्तन तो उपरंत गुरमत विचारां नाल अपना मन जोड़िए। विचार आरंभ करन तो पहला फतेह प्रवान करो जी। वाहिगुरु जी का खालसा, वाहिगुरु जी की फतेह। सतगुरु जी दी पवित्र बाणी सुखमणी साहब जी दे विचे बोल असी हर रोज़ सरवण करते हाँ। तजो सियाणप सुरजनो, सिमरो हर हर राय। एक आस हर मन रखो, नानक दुख भरम भौ जाए। गुरु अर्जन देव जी महाराज गुरु प्यारी साध संगत जिन्हां ने साडे ते बड़ा महान परोपकार किया। तकरीबन अद्धा गुरु ग्रंथ साहिब जी गुरु अर्जन देव जी ने उच्चारण किया है, क्योंकि गुरु ग्रंथ साहिब जी महाराज की पवित्र बाणी विच सब तो वध बाणी गुरु अर्जन देव जी दी है। सतगुरु जी ने बख्शिश की, कहन लगे हे संसार दे लोको, जेड़ी गल गुरु नानक देव जी ने आखी है कि बाली रोवै नाहे पतार, नानक दुखिया सब संसार। क्योंकि गुरु प्यारी साध संगत गुरबाणी दे मुताबक दुनिया दे विच कोई भी मनो किस गल दा मान नहीं कर सकता मैं दुखी नहीं हाँ। सतगुरु जी ने बख्शिश की, कहन लगे जेकर चाहते हो साड़ी जिंदगी सुखाली हो जाए, साड़ा यह लोक भी ते परलोक भी सवड़ जाए, असी संसार दे विच इज्जत दे नाल बड़ी पत दे नाल अपनी जिंदगी जी के जाइए, साढ़े उत्ते वाहिगुरु दी ऐसी बख्शिश हो जाए। चलिया पत स्यों जन्म सवार, वाजा वाए सी। लोकी कहण भी आया सी ते चंगा करके गया।
ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ। ਕਹਿਣ ਲਗੇ ਜੇਕਰ ਚਾਹੁੰਦੇ ਹੋ ਜ਼ਿੰਦਗੀ ਸੁਖੀ ਹੋ ਜਾਏ, ਜੇਕਰ ਚਾਹੁੰਦੇ ਹੋ ਸਾਡਾ ਜੀਵਨ ਸੁਖਾਲਾ ਹੋ ਜਾਏ, ਤੇ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦੇ ਨਾਲ ਜੁੜ ਕੇ ਇੱਕ ਗੱਲ ਹਮੇਸ਼ਾ ਯਾਦ ਰੱਖੋ ਕਿ ਸਭ ਤੋਂ ਪਹਿਲਾਂ ਜਦੋਂ ਵੀ ਗੁਰੂ ਘਰ ਵਿੱਚ ਆਉਂਦੇ ਹਾਂ, ਆਪਣੀ ਜਿਹੜੀ ਸਿਆਣਪ ਹੈ, ਜਿਹੜੀ ਚਲਾਕੀ ਹੈ, ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ। ਕਹਿਣ ਲਗੇ ਉਹਨੂੰ ਛੱਡ ਕੇ ਆਓ, ਕਿਉਂਕਿ ਤਜੋ ਸਿਆਣਪ ਸੁਰਜਨੋ, ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਭਉ ਜਾਏ। ਗੁਰੂ ਪਿਆਰੀ ਸਾਧ ਸੰਗਤ, ਜਿਸ ਤਰ੍ਹਾਂ ਆਪ ਜੀ ਇਸ ਗੱਲ ਤੋਂ ਜਾਣੂ ਹੋ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੁਖਮਣੀ ਸਾਹਿਬ ਜੀ ਦੇ ਵਿੱਚ ਬੇਅੰਤ ਵਾਰੀ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਹੇ ਮਨੁੱਖ, ਜੇਕਰ ਚਾਹੁੰਦਾ ਹੈ ਕਿ ਜ਼ਿੰਦਗੀ ਸੁਖਾਲੀ ਹੋਵੇ, ਤੇ ਸਭ ਤੋਂ ਪਹਿਲਾਂ ਆਪਣੀ ਸਿਆਣਪ ਛੱਡ ਕੇ ਗੁਰੂ ਚਰਨਾਂ ਵਿੱਚ ਆ, ਔਰ ਦੋਵੇਂ ਹੱਥ ਜੋੜ ਕੇ ਅਰਦਾਸ ਕਰ ਕਿ ਵਾਹਿਗੁਰੂ, ਆਵਰ ਓਟ ਮੈਂ ਸਗਲੀ ਦੇਖੀ, ਇੱਕ ਤੇਰੀ ਓਟ ਰਹਾਈਏ। ਕਿਉਂਕਿ ਇੱਥੇ ਨਾਲ ਇਹ ਗੱਲ ਵੀ ਆਖੀ ਹੈ ਕਿ ਮਨ ਦੇ ਵਿੱਚ ਇੱਕ ਆਸ ਰੱਖਣੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂ ਪਿਆਰੀ ਸਾਧ ਸੰਗਤ, ਸਤਿਗੁਰੂ ਜੀ ਨੇ ਬਖਸ਼ਿਸ਼ਾਂ ਕੀਤੀਆਂ। ਕਹਿਣ ਲਗੇ ਸਤਿਕਾਰ ਸਭ ਦਾ ਕਰੋ, ਸਮਾਜ ਦੇ ਵਿੱਚ ਰਹੋ, ਪਰਿਵਾਰ ਦੇ ਵਿੱਚ ਰਹੋ, ਪਰ ਇਸ ਗੱਲ ਦਾ ਹਮੇਸ਼ਾ ਖਿਆਲ ਰੱਖੋ, ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕੈ ਭਗਵਾਨ, ਜਿਸ ਕੈ ਦੀਐ ਰਹਿ ਅਗਾਏ, ਬਹੁ ਨ ਤ੍ਰਿਸ਼ਨਾ ਲਾਗੈ। ਮੇਰੇ ਸਤਿਗੁਰੂ ਨੇ ਫਿਰ ਬਖਸ਼ਿਸ਼ ਕੀਤੀ। ਕਹਿਣ ਲਗੇ ਜਦੋਂ ਵੀ ਗੁਰੂ ਦਰਬਾਰ ਵਿੱਚ ਆਉਂਦੇ ਹੋ, ਦੋਵੇਂ ਹੱਥ ਜੋੜ ਕੇ ਅਰਦਾਸ ਕਰਿਆ ਕਰੋ, ਵਾਹਿਗੁਰੂ ਤੂੰ ਸਮਰੱਥ ਵੱਡਾ, ਮੇਰੀ ਮਤ ਥੋਰੀ ਰਾਮ। ਸਤਿਗੁਰੂ ਜੀ, ਜਦੋਂ ਵੀ ਮੈਂ ਆਪ ਜੀ ਦੇ ਦਰਬਾਰ ਵਿੱਚ ਆਵਾਂ, ਮੈਨੂੰ ਇਸ ਗੱਲ ਦਾ ਅਹਿਸਾਸ ਹੋ ਜਾਏ ਕਿ ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ, ਨੀਕੋ ਠਾਕੁਰ ਦੇਸਾ। ਗੁਰੂ ਪਿਆਰੀ ਸਾਧ ਸੰਗਤ, ਮੈਂ ਹੱਥ ਜੋੜ ਕੇ ਬੇਨਤੀ ਕਰਾਂ, ਬੇਅੰਤ ਵਾਰੀ ਗੁਰੂ ਅਰਜਨ ਦੇਵ ਜੀ ਨੇ ਇਹ ਗੱਲ ਆਖੀ ਕਿ ਮੈਂ ਨਿਰਗੁਣ ਵੀ ਹਾਂ, ਮੈਂ ਮੈਲਾ ਵੀ ਹਾਂ, ਮੈਂ ਪਾਪੀ ਵੀ ਹਾਂ, ਮੈਂ ਮੂਰਖ ਵੀ ਹਾਂ। ਤੁਸੀਂ ਸਭ ਕੁਝ ਸਮਝਦੇ ਹੋ। ਗੁਰੂ ਅਰਜਨ ਦੇਵ ਜੀ ਮਹਾਰਾਜ ਤਾਂ ਉਸ ਵਾਹਿਗੁਰੂ ਦਾ ਪ੍ਰਤੱਖ ਰੂਪ। ਸਤਿਗੁਰੂ ਜੀ ਨੇ ਸਾਨੂੰ ਸਮਝਾਉਣ ਵਾਸਤੇ ਬਖਸ਼ਿਸ਼ਾਂ ਕੀਤੀਆਂ ਹਨ। ਕਹਿਣ ਲਗੇ ਜੇਕਰ ਹੇ ਮਨੁੱਖ ਚਾਹੁੰਦਾ ਹੈ ਕਿ ਮੇਰੀ ਜ਼ਿੰਦਗੀ ਵੀ ਸੁੱਖ ਹੋਵੇ, ਤੇ ਸਿਆਣਪ ਛੱਡ ਦੇ, ਚਲਾਕੀਆਂ ਛੱਡ ਕੇ ਗੁਰੂ ਦੇ ਉੱਤੇ ਆਸ ਰੱਖ, ਔਰ ਐਸਾ ਭਰੋਸਾ ਆਪਣੀ ਜ਼ਿੰਦਗੀ ਦੇ ਵਿੱਚ ਧਾਰ ਲੈ ਕਿ ਹੇ ਨਿਰੰਕਾਰ ਵਾਹਿਗੁਰੂ ਜੀਓ, ਮੇਰੇ 'ਤੇ ਐਸੀ ਬਖਸ਼ਿਸ਼ ਕਰ ਦਿਓ, ਐਸੀ ਮੇਰੇ 'ਤੇ ਕਿਰਪਾ ਕਰੋ ਕਿ ਸਾਮਤ ਦੇਹੋ ਦਇਆਲ ਪ੍ਰਭ, ਜੀਤ ਤੁਮ ਹੈ ਆਰਾਧਾ। ਸੋ ਮਹਾਰਾਜ ਕਹਿਣ ਲਗੇ ਕਿ ਜੇਕਰ ਜ਼ਿੰਦਗੀ ਸੁਖਾਲੀ ਕਰਨੀ ਹੈ, ਤੇ ਵੇਖੋ ਕਿੰਨੇ ਪਿਆਰੇ ਬੋਲ। ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਈ ਬਾਣੀਆਂ ਐਸੀਆਂ ਹਨ ਜਿਹੜੀਆਂ ਬੜੀਆਂ ਲੰਬੇਰੀਆਂ ਹਨ, ਪਰ ਉਹਨਾਂ ਦੀ ਰਾਹੋ ਦੀ ਪੰਕਤੀ ਇੱਕੋ ਹੀ ਹੈ। ਜਿਸ ਤਰ੍ਹਾਂ ਸੁਖਮਣੀ ਸਾਹਿਬ ਦੇ ਵਿੱਚ ਇਹ ਬਚਨ ਜਿਹੜੇ ਹਨ ਆਪ ਜੀ ਨੂੰ ਸਭ ਨੂੰ ਯਾਦ ਹੋਣਗੇ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸਤਿਗੁਰੂ ਜੀ ਨੇ ਨਾਲ ਇਹ ਗੱਲ ਆਖੀ ਹੈ ਕਿ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ। ਸੁਭਾਵਕ ਗੱਲ ਹੈ ਕਿ ਮਨੁੱਖ ਨੂੰ ਸੁੱਖ ਚਾਹੀਦਾ ਹੈ, ਮਨੁੱਖ ਨੂੰ ਜ਼ਿੰਦਗੀ ਦੇ ਵਿੱਚ ਸੁੱਖਾਂ ਦੀ ਲੋੜ ਪੈਂਦੀ ਹੈ। ਪਰ ਮੇਰੇ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ,
ਜੇਕਰ ਵਾਹਿਗੁਰੂ ਦਾ ਨਾਮ ਸਿਮਰੋਗੇ ਤੇ ਤਾਂ ਹੀ ਜ਼ਿੰਦਗੀ ਸੁਖਾਲੀ ਹੋਏਗੀ। ਕਿਉਂਕਿ ਮਹਾਰਾਜ ਕਹਿਣ ਲੱਗੇ ਸੁਖ ਨਾਹੀ ਰੇ ਹਰ ਭਗਤ ਬਿਨਾ। ਭਾਈ ਜੇਕਰ ਜ਼ਿੰਦਗੀ ਦੇ ਵਿੱਚ ਸੁਖ ਚਾਹੀਦਾ ਤੇ ਸਮਾਂ ਕੱਢ ਕੇ ਗੁਰੂ ਚਰਨਾਂ ਵਿੱਚ ਆ ਔਰ ਦੋਵੇਂ ਹੱਥ ਜੋੜ ਕੇ ਅਰਦਾਸ ਕਰਿਆ ਕਰ, ਸਤਿਗੁਰੂ ਜੀ ਮੇਰੇ ਤੇ ਬਖਸ਼ਿਸ਼ ਕਰ ਦਿਓ। ਫੇਰਤ ਫੇਰਤ ਪ੍ਰਭ ਆਇਆ, ਪਾਰਿਆ ਤੋ ਸਰਨਾਏ। ਨਾਨਕ ਕੀ ਪ੍ਰੋ ਬੇਨਤੀ ਆਪਣੀ ਭਗਤੀ ਲਾਏ। ਕਿਉਂਕਿ ਸਾਧ ਸੰਗਤ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਪੁਕਾਰ ਪੁਕਾਰ ਕੇ ਬੇਨਤੀਆਂ ਕਰਕੇ ਸਮਝਾਉਂਦੇ ਹਨ ਕਿ ਹੇ ਮਨੁੱਖ, ਜ਼ਿੰਦਗੀ ਦੇ ਵਿੱਚ ਵਾਹਿਗੁਰੂ ਤੋਂ ਬਿਨਾਂ, ਸੱਚੇ ਗੁਰੂ ਤੋਂ ਬਿਨਾਂ ਆਪਣਾ ਦੁੱਖ ਹੋਰ ਕਿਸੇ ਨੂੰ ਨਾ ਦੱਸੀ। ਅਰਦਾਸ ਕਰਿਆ ਕਰ, ਹਉ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋਏ ਸਰਨਾਏ ਜੀਓ। ਮੈਂ ਆਸਾ ਰੱਖੀ ਚਿਤ ਮੈਂ, ਮੇਰਾ ਸਭੋ ਦੁੱਖ ਗਵਾਏ ਜੀਓ। ਦੋਵੇਂ ਹੱਥ ਜੋੜ ਕੇ ਅਰਦਾਸ ਕਰਿਆ ਕਰ ਕਿ ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ। ਮੈਂ ਤੁਧ ਆਗੇ ਅਰਦਾਸ, ਮੈਂ ਹੋਰ ਥਾਉ ਨਾਹੀ ਜਿਸ ਪੈ ਕਰੋ ਬੇਨੰਤੀ। ਮੇਰਾ ਦੁੱਖ ਸੁਖ ਤੁਝ ਹੀ ਪਾਸ। ਤੇ ਮੇਰੇ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ, ਕਹਿਣ ਲੱਗੇ ਜਦੋਂ ਤੁਸੀਂ ਇੱਕ ਵਾਹਿਗੁਰੂ ਦੇ ਉੱਤੇ ਆਸ, ਭਰੋਸਾ, ਨਿਸ਼ਚਾ ਤੇ ਅਕੀਦਾ ਬਣਾਓਗੇ, ਤੁਸੀਂ ਵੇਖ ਲਓ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਜੀਵਨ ਤੋਂ ਸਾਨੂੰ ਬੇਅੰਤ ਸਾਖੀਆਂ ਐਸੀਆਂ ਮਿਲਦੀਆਂ ਹਨ ਜਿਨ੍ਹਾਂ ਦੇ ਵਿੱਚ ਸਤਿਗੁਰੂ ਜੀ ਨੇ ਰੱਬ ਤੋਂ ਬਿਨਾਂ, ਇੱਕ ਵਾਹਿਗੁਰੂ ਤੋਂ ਬਿਨਾਂ ਹੋਰ ਕਿਸੇ ਦੇ ਉੱਤੇ ਟੇਕ ਨਹੀਂ ਰੱਖੀ। ਸਗੋਂ ਇਹ ਗੱਲ ਕਹਿ ਦਿੱਤੀ, ਦੁਨੀਆ ਦੇ ਲੋਕੋ, ਮੈਨੂੰ ਵਾਹਿਗੁਰੂ ਦੇ ਉੱਤੇ ਇੰਨਾ ਭਰੋਸਾ ਹੈ ਕਿ ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ। ਵਾਹਿਗੁਰੂ ਆਪਣੇ ਸੇਵਕ ਨੂੰ ਔਖਾ ਸਮਾਂ ਨਹੀਂ ਵੇਖਣ ਦਿੰਦਾ। ਸੋ ਗੱਲ ਚੱਲਦੀ ਪਈ ਹੈ, ਏਕ ਆਸ ਹਰ ਮਨ ਰੱਖੋ, ਨਾਨਕ ਦੁੱਖ ਭਰਮ ਹੋ ਜਾਏ। ਕਹਿਣ ਲੱਗੇ ਹੇ ਵਾਹਿਗੁਰੂ, ਜਿਹੜਾ ਇੱਕ ਆਸ ਰੱਖ ਕੇ ਵਾਹਿਗੁਰੂ ਆਪ ਜੀ ਦੀ ਬਾਣੀ ਦੇ ਨਾਲ, ਬਾਣੀਆਂ ਸਿਰ ਬਾਣੀ, ਸੱਚੀ ਬਾਣੀ, ਧੁਰਖੀ ਬਾਣੀ ਦੇ ਨਾਲ ਜੁੜਦਾ ਹੈ ਔਰ ਇੱਕ ਆਸ ਰੱਖ ਕੇ, ਭਰੋਸਾ, ਨਿਸ਼ਚਾ ਤੇ ਅਕੀਦਾ ਰੱਖ ਕੇ ਆਪ ਜੀ ਦੀ ਪਵਿੱਤਰ ਬਾਣੀ ਨੂੰ ਪੜ੍ਹਦਾ ਹੈ, ਸੁਣ ਕੇ ਹਿਰਦੇ ਵਿੱਚ ਧਾੜਦਾ ਹੈ, ਉਹਦੇ ਉੱਤੇ ਐਸੀ ਬਖਸ਼ਿਸ਼ ਹੋ ਜਾਂਦੀ ਹੈ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੋ ਘਲ ਲੈ ਜਾਏ। ਕਿਉਂਕਿ ਗੱਲ ਚੱਲਦੀ ਪਈ ਹੈ ਕਿ ਜੇਕਰ ਤੁਸੀਂ ਦੁਖੀ ਹੋ ਤੇ ਦੁਖੀ ਬੰਦੇ ਨੂੰ ਸੁੱਖ ਚਾਹੀਦਾ ਹੈ, ਤੇ ਸੁੱਖ ਦੇ ਵਾਸਤੇ ਹਰ ਬੰਦਾ ਕਿਸੇ ਨਾ ਕਿਸੇ ਰੂਪ ਦੇ ਵੀ ਯਤਨ ਕਰਦਾ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਿਹੜੇ ਬੋਲ ਹਨ, ਆਪ ਜੀ ਨੂੰ ਕਈਆਂ ਨੂੰ ਯਾਦ ਹੋਣਗੇ ਕਿ ਯਤਨ ਬਹੁਤ ਸੁਖ ਕੇ ਕੀਏ, ਦੁੱਖ ਕੋ ਕੀਓ ਨਾ ਕੋਏ। ਕਹੋ ਨਾਨਕ ਸੁਨ ਰੇ ਮਨਾ, ਹਰ ਭਾਵੈ ਸੋ ਹੋਏ। ਸੋ ਮਹਾਰਾਜ ਕਹਿਣ ਲੱਗੇ, ਜੋ ਵਾਹਿਗੁਰੂ ਦੇ ਉੱਤੇ ਭਰੋਸਾ ਰੱਖਦਾ ਹੈ, ਜਿਹੜਾ ਵਾਹਿਗੁਰੂ ਦੇ ਉੱਤੇ ਨਿਸ਼ਚਾ ਰੱਖਦਾ ਹੈ, ਉਹਦੀ ਜ਼ਿੰਦਗੀ ਸੁਖਾਲੀ ਹੋ ਜਾਂਦੀ ਹੈ। ਇਸੇ ਵਾਸਤੇ ਮੇਰੇ ਸਤਿਗੁਰੂ ਨੇ ਇਹ ਬਖਸ਼ਿਸ਼ ਕੀਤੀ ਹੈ। ਜਦੋਂ ਅਸੀਂ ਇਹ ਬੋਲ ਪੜ੍ਹਦੇ ਹਾਂ, ਜਹ ਪ੍ਰਸਾਦ ਛਤੀ ਹੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰਖ ਮਨ ਮਾਏ। ਤੁਸੀਂ ਰੋਜ਼ ਸੁਖਮਣੀ ਦਾ ਪਾਠ ਕਰਨ ਵਾਲੇ ਬੈਠੇ ਹੋ, ਵਾਹਿਗੁਰੂ ਦੀ ਬਖਸ਼ਿਸ਼ ਹੈ। ਕਦੇ ਧਿਆਨ ਕਰਕੇ ਵੇਖਣਾ, ਇਸ ਅਸ਼ਟਪਦੀ ਦੇ ਵਿੱਚ 37 ਵਾਰੀ ਇਹ ਗੱਲ ਆਖੀ ਹੈ, ਜਹ ਪ੍ਰਸਾਦ, ਜਹ ਪ੍ਰਸਾਦ, ਜਹ ਪ੍ਰਸਾਦ। ਕਿਉਂਕਿ ਗੁਰੂ ਦੇ ਦਰ 'ਤੇ ਅਸੀਂ ਬੈਠੇ ਹਾਂ। ਅਸੀਂ ਕਦੇ ਇਸ ਗੱਲ ਦਾ ਮਾਣ ਨਹੀਂ ਕਰ ਸਕਦੇ ਕਿ ਸਾਡਾ ਮਨ ਬੜਾ ਸਿਆਣਾ ਹੈ, ਸਾਡੇ ਮਨ ਦੇ ਵਿੱਚ ਬੜੀ ਹੀ ਸਿਆਣਪ ਹੈ। ਹਾਂ, ਇਹ ਗੱਲ ਵੱਖਰੀ ਹੈ ਕਿ ਸਾਡਾ ਮਨ ਸਿਆਣਪਾਂ ਬੜੀਆਂ ਅਪਣਾਉਂਦਾ ਹੈ, ਪਰ ਸਹਿਜ ਸਿਆਣਪਾਂ
ਲੱਖ ਹੋਹੇ ਤਾਂ ਇੱਕ ਨਾ ਚੱਲੈ ਨਾਲ। ਸੋ ਮਹਾਰਾਜ ਕਹਿਣ ਲੱਗੇ, ਜਦੋਂ ਵੀ ਗੁਰੂ ਦੇ ਦਰ 'ਤੇ ਆਉਂਦੇ ਹੋ, ਦੋਵੇਂ ਹੱਥ ਜੋੜ ਕੇ ਅਰਦਾਸ ਕਰਿਆ ਕਰੋ, ਵਾਹਿਗੁਰੂ ਤੁਹਾਡੀ ਬਖਸ਼ਿਸ਼ ਨਾਲ ਮੈਨੂੰ ਸੋਹਣਾ ਘਰ-ਬਾਰ ਮਿਲ ਗਿਆ, ਮੇਰੀ ਜ਼ਿੰਦਗੀ ਸੁਖਾਲੀ ਹੋ ਗਈ, ਮੈਂ ਤੁਹਾਡਾ ਧੰਨਵਾਦੀ ਹਾਂ। ਅਤੇ ਹੋਰ ਮੈਂ ਸੌਖੀ ਗੱਲ ਆਪ ਜੀ ਨਾਲ ਸਾਂਝੀ ਕਰਾਂ, ਕਿਉਂਕਿ ਗੱਲ ਚੱਲਦੀ ਪਈ ਹੈ, ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਭਉ ਜਾਏ। ਜਦੋਂ ਤੁਸੀਂ ਇੱਕ ਰੱਬ ਦੇ ਉੱਤੇ ਭਰੋਸਾ ਰੱਖੋਗੇ ਔਰ ਇਸ ਗੱਲ ਦਾ ਅਹਿਸਾਸ ਆਪਣੇ ਜੀਵਨ ਵਿੱਚ ਰੱਖੋਗੇ ਕਿ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਬਿਸਰ ਨਾ ਜਾਈ। ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ, ਤੁਹਾਨੂੰ ਇਸ ਗੱਲ ਦਾ ਅਹਿਸਾਸ ਹੋ ਜਾਏਗਾ, ਇਸ ਗੱਲ ਦੀ ਸਮਝ ਪੈ ਜਾਏਗੀ, ਜਨ ਲਾਗਾ ਹਰ ਏਕੈ ਨਾਏ, ਤਿਸ ਕੀ ਆਸ ਨਾ ਬਿੜਥੀ ਜਾਏ। ਕਿਉਂਕਿ ਏਕ ਆਸ ਹਰ ਮਨ ਰੱਖੋ। ਗੁਰੂ ਦੇ ਦਰ 'ਤੇ ਬੈਠੇ ਹਾਂ, ਗੱਲਾਂ ਕਰਨੀਆਂ ਬੜੀਆਂ ਸੌਖੀਆਂ ਹਨ, ਪਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਣੀ ਜਾਣ ਹਨ, ਸਾਧ ਸੰਗਤ ਬੰਦੇ ਦੀ ਜ਼ਿੰਦਗੀ ਮੁੱਕ ਜਾਂਦੀ ਹੈ, ਪਰ ਬੰਦੇ ਦੀਆਂ ਆਸਾਵਾਂ ਨਹੀਂ ਮੁੱਕਦੀਆਂ। ਮੇਰੇ ਸਤਿਗੁਰੂ ਜੀ ਦੇ ਬੋਲ ਹਨ, ਮੈਂ ਆਪਣੀਆਂ ਅੱਖਾਂ ਨਾਲ ਵੇਖੇ। ਮਹਾਰਾਜ ਕੀ ਵੇਖਿਆ ਕਿ 10 ਵਸਤੂ ਲੈ ਪਾਛੈ ਪਾਵੈ, ਏਕ ਵਸਤ ਕਾਰਨ ਬਿਖੋਟ ਗਵਾਵੈ। ਬਿਖੋਟ ਦਾ ਅਰਥ ਹੁੰਦਾ ਵਿਸ਼ਵਾਸ। ਕਹਿਣ ਲੱਗੇ, ਮੈਂ ਵੇਖੇ ਹਨ ਐਸੇ ਲੋਕ ਜਿਹਨਾਂ ਨੂੰ ਇੱਕ ਨਹੀਂ ਅਨੇਕਾਂ ਪਦਾਰਥ ਮਿਲ ਜਾਂਦੇ ਹਨ, ਪਰ ਸਾਧ ਸੰਗਤ ਸੱਚ ਜਾਣਨਾ, ਸਿਆਣੇ ਸੂਝਵਾਨ ਬੈਠੇ ਹੋ, ਗੁਰੂ ਤਾਂ ਨਿਰਵੈਰ ਹੈ, ਪਰ ਐਸੇ ਲੋਕ ਦੁਨੀਆ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਨਹੀਂ, ਲੱਖਾਂ ਦੀ ਗਿਣਤੀ ਵਿੱਚ ਮਿਲ ਜਾਣਗੇ, ਜਿਨ੍ਹਾਂ ਦਾ ਰੱਬ ਦੇ ਨਾਲ ਵੀ ਝਗੜਾ ਚੱਲ ਰਿਹਾ, ਜਿਨ੍ਹਾਂ ਦਾ ਗੁਰੂ ਦੇ ਨਾਲ ਵੀ ਵੈਰ ਚੱਲ ਰਿਹਾ। ਕਿਉਂ? ਲੋਕੀ ਰੁੱਸੇ ਹੋਏ ਹਨ, ਵਾਹਿਗੁਰੂ ਨੇ ਮੈਨੂੰ ਇਹ ਕੁਛ ਨਹੀਂ ਦਿੱਤਾ, ਵਾਹਿਗੁਰੂ ਨੇ ਮੇਰੇ ਨਾਲ ਬੜਾ ਬੁਰਾ ਕੀਤਾ ਹੈ। ਅਰੇ ਨਹੀਂ, ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ, ਅਰਦਾਸ ਕਰਿਆ ਕਰੋ, ਤੁਮ ਕਰੋ ਭਲਾ ਹਮ ਭਲੋ ਨਾ ਜਾਣੈ। ਕਿਉਂਕਿ ਏਕ ਆਸ ਹਰ ਮਨ ਰੱਖੋ। ਅਤੇ ਮਹਾਰਾਜ ਕੀ ਕਹਿ ਰਹੇ ਹਨ, ਜਨ ਲਾਗਾ ਹਰ ਏਕੈ ਨਾਏ, ਤਿਸ ਕੀ ਆਸ ਨਾ ਬਿੜਥੀ ਜਾਏ, ਸੇਵਕ ਕੋ ਸੇਵਾ ਬਣਾਈ, ਹੁਕਮ ਬੂਝ ਪਰਮ ਪਦ ਪਾਈ, ਇਸ ਤੇ ਉਪਰ ਨਹੀਂ ਵਿਚਾਰ, ਜਾ ਕੇ ਮਨ ਬਸਿਆ ਨਿਰੰਕਾਰ। ਕਹਿਣ ਲੱਗੇ, ਇਸ ਤੋਂ ਵੱਡੀ ਗੱਲ ਕੋਈ ਹੋ ਨਹੀਂ ਸਕਦੀ। ਜਿਨ੍ਹਾਂ ਦੇ ਮਨ ਵਿੱਚ ਵਾਹਿਗੁਰੂ ਦਾ ਨਾਮ ਵਸ ਗਿਆ, ਉਹਨਾਂ ਦੇ ਉੱਤੇ ਐਸੀ ਬਖਸ਼ਿਸ਼ ਹੋ ਜਾਂਦੀ ਹੈ, ਉਹਨਾਂ ਦੇ ਉੱਤੇ ਐਸੀ ਕਿਰਪਾ ਹੋ ਜਾਂਦੀ ਹੈ, ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਸੋ ਗੱਲ ਕੀ ਚੱਲ ਰਹੀ ਹੈ, ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਭਉ ਜਾਏ। ਜਿਹੜਾ ਬੰਦਾ ਇੱਕ ਰੱਬ ਦੇ ਉੱਤੇ ਭਰੋਸਾ ਰੱਖੇਗਾ, ਜਿਹੜਾ ਬੰਦਾ ਇੱਕ ਰੱਬ ਦੇ ਉੱਤੇ ਆਸ ਰੱਖੇਗਾ, ਉਹ ਆਖੇਗਾ, ਤਾ ਕੋ ਧੋਖਾ ਕਹਾਂ ਵਿਆਪੈ, ਜਾ ਕੋ ਓਟ ਤੁਹਾਰੀ। ਕਹਿਣ ਲੱਗੇ, ਵਾਹਿਗੁਰੂ ਮੈਂ ਆਪਣੀਆਂ ਅੱਖਾਂ ਨਾਲ ਐਸੇ ਲੋਕ ਬੜੇ ਵੇਖੇ ਹਨ, ਜਿਹੜੇ ਕਿ ਇਹ ਗੱਲ ਕਹਿਣ ਦੇ ਸੁਣੇ ਜਾਣਗੇ, ਜੀ ਮੇਰੇ ਨਾਲ ਫਲਾਣੇ ਨੇ ਧੋਖਾ ਕੀਤਾ ਹੈ। ਪਰ ਸੱਚਾਈ ਇਹ ਹੈ, ਜਿਹੜਾ ਬੰਦਾ ਗੁਰੂ ਦੀ ਬਾਣੀ ਨਾਲ, ਗੁਰੂ ਦੇ ਸ਼ਬਦ ਨਾਲ, ਗੁਰੂ ਦੀ ਸਿੱਖਿਆ ਨਾਲ ਜੁੜ ਜਾਂਦਾ ਹੈ, ਸਾਧ ਸੰਗਤ ਉਹ ਕਦੇ ਧੋਖਾ ਨਹੀਂ ਖਾਂਦਾ। ਸੋ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ, ਭਾਈ ਜਦੋਂ ਵੀ ਸੁਖਮਣੀ ਨੂੰ ਪੜ੍ਹਦੇ ਹੋ, ਜਦੋਂ ਵੀ ਸੁਖਮਣੀ ਸਾਹਿਬ ਦਾ ਪਾਠ ਕਰਦੇ ਹੋ, ਮੁਬਾਰਕਾਂ ਤੁਸੀਂ ਕਰੋ, ਪਰ ਜ਼ਰੂਰ ਇਸ ਗੱਲ ਦਾ ਅਹਿਸਾਸ ਕਰਿਆ ਕਰੋ, ਕਿਣ ਕਾ ਏਕ ਜਿਸ ਜੀ ਬਸਾਵੈ, ਤਾਂ ਕਿ ਮਹਿਮਾ ਗਣੀ ਨਾ ਆਵੈ। ਸਾਖੀਆਂ ਆਪਣੇ ਕੋਲ ਬੇਅੰਤ ਹਨ, ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਦਾ ਕਿਣਕਾ ਆਪਣੇ ਹਿਰਦੇ ਵਿੱਚ ਵਸਾਇਆ। ਇਤਿਹਾਸ ਸਾਡੇ ਸਾਹਮਣੇ ਹੈ, ਉਹਨਾਂ ਦੀ ਮਹਿਮਾ ਹੁਣ ਬਿਆਨ ਨਹੀਂ ਹੋ ਸਕਦੀ। ਭਾਈ ਲਹਿਣਾ ਜੀ ਨੇ ਕਿਣਕਾ ਹੀ ਵਸਾਇਆ ਸੀ,
ਜਦੋਂ ਭਾਈ ਜੋਤ ਜੀ ਦੇ ਕੋਲ ਇਹ ਸ਼ਬਦ ਸਰਵਣ ਕੀਤੇ ਸਨ, ਜਿਤ ਕੀਤਾ ਪਾਈਐ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀਐ, ਮੰਦਾ ਮੂਲ ਨਾ ਕੀਚਈ, ਜੇ ਲੰਮੀ ਨਦਰ ਨਿਹਾਲੀਏ। ਤੇ ਤੁਸੀਂ ਵੇਖ ਲਓ, ਕਿਣਕਾਂ ਹਿਰਦੇ ਵਿੱਚ ਧਾਰ ਕੇ, ਗੁਰੂ ਦੇ ਸ਼ਬਦ ਨੂੰ ਹਿਰਦੇ ਵਿੱਚ ਧਾਰ ਕੇ ਐਸੀ ਬਖਸ਼ਿਸ਼ ਹੋਈ, ਐਸੀ ਕਿਰਪਾ ਹੋਈ। ਭਾਈ ਲਹਿਣੇ ਦੇ ਰੂਪ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਜੁੜ ਗਏ ਤੇ ਗੁਰੂ ਨੂੰ ਛੱਡ ਕੇ ਹੋਰ ਕਿਸੇ ਦੇ ਉੱਤੇ ਆਸ ਨਹੀਂ ਕੀਤੀ, ਕਿਉਂਕਿ ਏਕ ਆਸ ਹਰ ਮਨ ਰੱਖੋ। ਭਾਈ ਲਹਿਣਾ ਜੀ ਦਾ ਜੀਵਨ ਸਾਡੇ ਸਾਹਮਣੇ ਹੈ, ਬਾਬਾ ਅਮਰਦਾਸ ਜੀ ਦਾ ਜੀਵਨ ਸਾਡੇ ਸਾਹਮਣੇ ਹੈ, ਤੇ ਭਾਈ ਜੇਠੇ ਦਾ ਜੀਵਨ ਸਾਡੇ ਸਾਹਮਣੇ ਹੈ, ਜਿਹੜੇ ਖੁਦ ਆਪਣੀ ਬਾਣੀ ਵਿੱਚ ਇਹ ਗੱਲ ਕਹਿੰਦੇ ਹਨ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ। ਸੋ ਗੁਰੂ ਪਿਆਰੀ ਸਾਧ ਸੰਗਤ, ਮੇਰੀ ਬੇਨਤੀ ਇੰਨੀ ਕੁ ਹੈ ਕਿ ਆਪਣੀ ਜ਼ਿੰਦਗੀ ਦੇ ਵਿੱਚ, ਸੰਸਾਰ ਵਿੱਚ ਰਹੋ, ਸਮਾਜ ਦੇ ਵਿੱਚ ਰਹੋ, ਜ਼ਿੰਮੇਵਾਰੀਆਂ ਨਿਭਾਓ, ਰਿਸ਼ਤੇਦਾਰੀਆਂ ਨਿਭਾਓ, ਪਰ ਮਹਾਰਾਜ ਕਹਿਣ ਲੱਗੇ ਏਕ ਆਸ ਹਰ ਮਨ ਰੱਖੋ। ਵਾਹਿਗੁਰੂ ਤੋਂ ਬਿਨਾਂ ਹੋਰ ਕਿਸੇ ਦੇ ਉੱਤੇ ਆਸ ਨਾ ਰੱਖੋ, ਕਿਉਂਕਿ ਇਨਸਾਨ ਸੰਸਾਰ ਵਿੱਚ ਉਦੋਂ ਹੀ ਨਿਰਾਸ਼ ਹੁੰਦਾ ਹੈ ਜਦੋਂ ਵਾਹਿਗੁਰੂ ਦੇ ਉੱਤੇ ਆਸ ਨਹੀਂ ਰੱਖਦਾ। ਇਸੇ ਕਰਕੇ ਬੇਅੰਤ ਵਾਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਸ ਗੱਲ ਦਾ ਜ਼ਿਕਰ ਆਇਆ ਕਿ ਹੇ ਬੰਦੇ, ਜਦੋਂ ਸਮਾਂ ਕੱਢ ਕੇ ਗੁਰੂ ਦੇ ਚਰਨਾਂ ਵਿੱਚ ਆਉਣਾ, ਦੋਵੇਂ ਹੱਥ ਜੋੜ ਕੇ ਬੇਨਤੀ ਕਰਿਆ ਕਰ, ਆਵਰੇ ਓਟ ਮੈਂ ਸਗਲੀ ਦੇਖੀ, ਇੱਕ ਤੇਰੀ ਓਟ ਰਹਾਈ ਹੈ। ਜਦੋਂ ਵੀ ਗੁਰੂ ਦੇ ਦਰ ਤੇ ਆਉਣਾ, ਦੋਵੇਂ ਹੱਥ ਜੋੜ ਕੇ ਬੇਨਤੀ ਕਰਿਆ ਕਰ, ਸਤਿਗੁਰ ਆਇਓ ਸਰਣ ਤੁਹਾਰੀ, ਕਿਉਂਕਿ ਮੈਂ ਇਹ ਗੱਲ ਸੁਣ ਕੇ ਆਇਆ ਹਾਂ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਅਗਲੀ ਬੇਨਤੀ ਬੜੀ ਪਿਆਰੀ ਹੈ, ਧਿਆਨ ਨਾਲ ਸਰਵਣ ਕਰੋ। ਆਵਰ ਨਾ ਸੂਝੈ ਦੂਜੀ ਠਾਹਰ, ਹਾਰ ਪਰਿਓ ਤੋ ਦੁਆਰੀ, ਕਿਉਂਕਿ ਏਕ ਆਸ ਹਰ ਮਨ ਰੱਖੋ। ਆਵਰ ਨਾ ਸੂਝੈ ਦੂਜੀ ਠਾਹਰ, ਵਾਹਿਗੁਰੂ ਮੈਨੂੰ ਤੇਰੇ ਦਰ ਤੋਂ ਬਿਨਾਂ ਹੋਰ ਕੋਈ ਦਰ ਮੈਨੂੰ ਨਹੀਂ ਸੂਝਦਾ, ਮੈਨੂੰ ਚੰਗਾ ਨਹੀਂ ਲੱਗਦਾ। ਇੱਥੇ ਇਹ ਗੱਲ ਬਿਲਕੁਲ ਨਹੀਂ ਕਿ ਤੁਸੀਂ ਦੁਨੀਆ ਦੀ ਨਿੰਦਾ ਕਰੀ ਜਾਓ, ਕਿਉਂਕਿ ਸਾਨੂੰ ਇਹ ਗੱਲ ਵਿਰਸੇ ਵਿੱਚ ਮਿਲੀ ਹੈ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਮਹਾਰਾਜ ਕਹਿਣ ਲੱਗੇ ਸਭ ਦਾ ਸਤਿਕਾਰ ਕਰੋ, ਪਰ ਸੁਖਮਣੀ ਸਾਹਿਬ ਜੀ ਦੀ ਇਸ ਵਿਚਾਰ ਨੂੰ ਹਮੇਸ਼ਾ ਆਪਣੇ ਹਿਰਦੇ ਵਿੱਚ ਬਸਾਓ ਕਿ ਉਸ ਤਤ ਮਨ ਮਹਿ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ, ਨੈਨੋ ਪੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨ ਸਹਿ ਸਭ ਸੰਗ। ਅਗਲੀ ਬੇਨਤੀ ਕਿੰਨੀ ਪਿਆਰੀ ਹੈ, ਚਰਨ ਚਲੋ ਮਾਰਗ ਗੋਬਿੰਦ, ਮਿਟਹਿ ਪਾਪ ਜਪੀਐ ਹਰ ਬਿੰਦ। ਮਹਾਰਾਜ ਕਹਿਣ ਲੱਗੇ ਇੱਥੇ ਹੀ ਨਹੀਂ ਰੁਕਣਾ, ਇੱਕ ਪੌੜੀ ਤੇ ਹੋਰ ਚੜ ਜਾਈ, ਕਰ ਹਰ ਕਰਮ ਸਰਵਣ ਹਰ ਕਥਾ। ਅਰੇ ਗੁਰੂ ਦੇ ਚਰਨਾਂ ਵਿੱਚ ਬਹਿ ਕੇ ਗੁਰੂ ਦੀ ਵਿਚਾਰ ਨੂੰ ਸਰਵਣ ਕਰਿਆ ਕਰ, ਕਰ ਹਰ ਕਰਮ ਸਰਵਣ ਹਰ ਕਥਾ, ਹਰ ਦਰਗਹਿ ਨਾਨਕ ਉਜਲ ਮੱਥਾ। ਕਹਿਣ ਲੱਗੇ ਹੇ ਬੰਦੇ, ਵਾਹਿਗੁਰੂ ਦੇ ਦਰਬਾਰ ਵੀ ਤੇਰਾ ਮੁਖ ਉਜਲਾ ਹੋ ਜਾਏਗਾ। ਸੋ ਸਾਧ ਸੰਗਤ ਜੀ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਕੋਟਾਨ ਕੋਟ ਵਾਰੀ ਧੰਨਵਾਦ ਕਰੀਏ, ਦਿਲ ਦੀਆਂ ਗਹਿਰਾਈਆਂ ਵਿੱਚੋਂ ਮੇਰੇ ਸਤਿਗੁਰੂ ਦਾ ਸ਼ੁਕਰਾਨਾ ਕਰੀਏ। ਸਤਿਗੁਰੂ ਜੀ, ਤੁਸੀਂ ਸਾਨੂੰ ਇੰਨਾ ਮਹਾਨ ਖਜ਼ਾਨਾ ਦਿੱਤਾ ਤੇ ਨਾਲ ਇਹ ਗੱਲ ਕਹਿ ਦਿੱਤੀ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਤੇ ਨਾਲ ਇਹ ਗੱਲ ਕਹਿ ਦਿੱਤੀ,
ਖਾਵੇਂ ਖਰਚੈ ਰਲ ਮਿਲ ਭਾਈ, ਟੋਟ ਨਾ ਆਵੇ ਵੱਧੋ ਜਾਏ। ਸੋ ਸਾਧ ਸੰਗਤ ਆਪਾਂ ਬੜੇ ਅਮੀਰ ਵਿਰਸੇ ਦੇ ਮਾਲਕ ਹਾਂ। ਵਾਹਿਗੁਰੂ ਦੀ ਬੜੀ ਅਪਾਰ ਬਖਸ਼ਿਸ਼ ਹੈ। ਸੋ ਦੁਨੀਆ ਵਿੱਚ ਰਹਿ ਕੇ ਇੱਕ ਰੱਬ ਦੇ ਉੱਤੇ ਆਸ ਰੱਖੀਏ, ਇੱਕ ਵਾਹਿਗੁਰੂ ਦੇ ਉੱਤੇ ਭਰੋਸਾ ਬਣਾਈਏ, ਇੱਕ ਵਾਹਿਗੁਰੂ ਦੇ ਉੱਤੇ ਨਿਸ਼ਚਾ ਰੱਖੀਏ ਅਤੇ ਦੋਵੇਂ ਹੱਥ ਜੋੜ ਕੇ ਅਰਦਾਸ ਕਰੀਏ, ਮੇਰੇ ਮਾਲਕਾ ਸਾਡੇ 'ਤੇ ਐਸੀ ਬਖਸ਼ਿਸ਼ ਕਰ ਦਿਓ, ਸਾਨੂੰ ਹਮੇਸ਼ਾ ਇਹ ਗੱਲ ਯਾਦ ਰਵੇ, ਰਮਈਆ ਕੇ ਗੁਣ ਚੇਤ ਪਰਾਣੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਣੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨਹਿ ਉਬਾਰਿਆ, ਬਾਹਰ ਵਿਵਸਥਾ ਤੁਝੇ ਪਿਆਰ ਹੈ ਦੂਧ। ਤੁਸੀਂ ਵੇਖ ਲਓ, ਸਾਹਮਣੇ ਤੁਸੀਂ ਵੇਖ ਰਹੇ ਹੋ, ਪੰਕਤੀਆਂ ਤੁਹਾਡੇ ਸਾਹਮਣੇ ਆ ਰਹੀਆਂ ਹੋਣਗੀਆਂ। ਸਾਧ ਸੰਗਤ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਬਹਿ ਕੇ ਬੇਨਤੀ ਕਰਾਂਗਾ, ਜਦੋਂ ਵੀ ਪਾਠ ਕਰੋ ਥੋੜ੍ਹਾ ਜ਼ਰੂਰ ਧਿਆਨ ਦਿਓ, ਲਗਾ ਮਾਤਰਾ ਦਾ ਥੋੜ੍ਹਾ ਜ਼ਰੂਰ ਧਿਆਨ ਦਿਓ। ਜਿਹੜੇ ਦਿੰਦੇ ਹਨ ਉਹਨਾਂ ਦਾ ਧੰਨਵਾਦ ਹੈ, ਪਰ ਜਿਹੜੇ ਥੋੜ੍ਹਾ ਜਿਹਾ ਧਿਆਨ ਨਹੀਂ ਦਿੰਦੇ, ਅੱਜ ਲੋੜ ਹੈ। ਆਮ ਬੰਦਾ ਪਾਠ ਕਰੀ ਜਾਂਦਾ ਹੈ, ਬਾਹਰ ਵਿਵਸਥਾ ਤੁਝੇ ਪਿਆਰੇ ਦੂਧ, ਪਿਆਰੇ ਨਹੀਂ ਹੈ ਪਿਆਰਾ ਹੈ। ਸੋ ਅਸੀਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਾਂਗੇ ਤਾਂ ਸਾਡੇ 'ਤੇ ਹੋਰ ਵੀ ਬਖਸ਼ਿਸ਼ ਹੋਵੇਗੀ। ਬਾਹਰ ਵਿਵਸਥਾ ਤੁਝੇ ਪਿਆਰੇ ਦੂਧ, ਬਾਹਰ ਜੋਬਨ ਭੋਜਨ ਸੁਖ ਸੂਦ, ਬਿਰਧ ਭਇਆ ਊਪਰ ਸਾਗ ਸੈਨ, ਮੁਖ ਅਪਿਆਓ ਬੈਠ ਕੋ ਦੈਨ। ਪਰ ਅਫਸੋਸ ਇਹ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ਼ ਲਿਹੋ ਤੋ ਨਾਨਕ ਸੀਝੈ, ਬਖਸ਼ ਲਿਹੋ ਤੋ ਨਾਨਕ ਸੀਝੈ। ਸੋ ਮਹਾਰਾਜ ਬਖਸ਼ਿਸ਼ਾਂ ਕਰਨ, ਸਾਨੂੰ ਇੱਕ ਰੱਬ ਦੇ ਉੱਤੇ ਭਰੋਸਾ ਬਣ ਜਾਏ, ਇੱਕ ਵਾਹਿਗੁਰੂ ਦੇ ਉੱਤੇ ਨਿਸ਼ਚਾ ਬਣ ਜਾਏ, ਔਰ ਸਾਡੀ ਹਮੇਸ਼ਾ ਅਰਦਾਸ ਬਣੀ ਰਵੇ, ਧਰ ਜੀਏ ਰੇ ਇੱਕ ਟੇਕ ਤੂੰ, ਲਾਹੇ ਬਿਡਾਣੀ ਆਸ, ਨਾਨਕ ਨਾਮ ਧਿਆਈਐ, ਕਾਰਜ ਆਵੇ ਰਾਸ। ਬੰਦੇ ਜ਼ਿੰਦਗੀ ਦੇ ਵਿੱਚ ਤੇਰੇ ਸਮੁੱਚੇ ਕਾਰਜ ਰਾਸ ਹੋ ਜਾਣਗੇ, ਪਰ ਇੱਕ ਰੱਬ ਦਾ ਬਣ ਜਾ, ਇੱਕ ਵਾਹਿਗੁਰੂ ਦੇ ਉੱਤੇ ਭਰੋਸਾ ਕਰਿਆ ਕਰ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਿਆ ਕਰ, ਸਤਿਗੁਰੂ ਮੇਰੇ 'ਤੇ ਐਸੀ ਬਖਸ਼ਿਸ਼ ਕਰ ਦਿਓ, ਐਸੀ ਮੇਰੇ 'ਤੇ ਕਿਰਪਾ ਕਰ ਦਿਓ ਕਿ ਦਿਨ ਤੇ ਰਾਤ ਮੈਨੂੰ ਇਹ ਗੱਲ ਯਾਦ ਰਵੇ ਕਿ ਬਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ। ਸੋ ਸਮੇਂ ਦੀ ਪਾਬੰਦੀ ਵਿੱਚ ਰਹਿ ਕੇ, ਸਮੇਂ ਦੇ ਵਿੱਚ ਰਹਿ ਕੇ ਆਪ ਜੀ ਨਾਲ ਗੁਰਬਾਣੀ ਦੀਆਂ ਵਿਚਾਰਾਂ ਕੀਤੀਆਂ ਹਨ। ਗੁਰਬਾਣੀ ਅਥਾਹ ਸਮੁੰਦਰ ਹੈ, ਗੁਰੂ ਮਹਾਰਾਜ ਦੀ ਬਾਣੀ ਦੀ ਵਿਚਾਰ ਸੰਪੂਰਨ ਨਹੀਂ ਹੋ ਸਕਦੀ, ਜ਼ਿੰਦਗੀ ਸੰਪੂਰਨ ਹੋ ਜਾਏਗੀ। ਸੋ ਆਓ ਦੋਵੇਂ ਹੱਥ ਜੋੜ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰੀਏ, ਸਤਿਗੁਰੂ ਸਾਡੇ 'ਤੇ ਐਸੀ ਬਖਸ਼ਿਸ਼ ਕਰ ਦਿਓ, ਸਾਨੂੰ ਐਸੀ ਸੋਝੀ ਦੇ ਦਿਓ ਕਿ ਤਜੋ ਹੋ ਸਿਆਣਪ ਸੁਰ ਜਨੋ, ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਭਉ ਜਾਏ। ਕਹਿਣ ਲੱਗੇ ਤੁਹਾਡੇ ਦੁੱਖ ਵੀ, ਤੁਹਾਡੇ ਭਰਮ ਵੀ, ਤੁਹਾਡੇ ਸ਼ੰਕੇ ਵੀ, ਸਭ ਕੁਝ ਦੂਰ ਹੋ ਜਾਏਗਾ। ਇੱਕ ਰੱਬ ਦੇ ਉੱਤੇ ਆਸ ਰੱਖੋ, ਗੁਰੂ ਦੀ ਬਾਣੀ ਦੇ ਉੱਤੇ ਭਰੋਸਾ ਰੱਖੋ। ਸੋ ਹੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਾਡਾ ਸਮੂਹ ਸੰਗਤਾਂ ਦਾ ਆਪ ਜੀ ਦੇ ਚਰਨਾਂ ਵਿੱਚ ਦੋਵੇਂ ਹੱਥ ਜੋੜ ਕੇ ਬਸ ਇੱਕੋ ਹੀ ਵਿਚਾਰ ਨਾਲ ਸਾਡੀ ਅਰਜ਼ ਹੈ, ਸਾਡੇ 'ਤੇ ਕਿਰਪਾ ਕਰੋ। ਗੁਰਾਂ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਬਿਸਰ ਨਾ ਜਾਈ। ਸਮੂਹ ਸੰਗਤਾਂ ਦਾ ਧੰਨਵਾਦ, ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।